Hello everyone, I hope you all are doing fine. ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਉਮੀਦ ਕਰਦੀ ਹਾਂ ਤੁਸੀਂ ਸਭ ਆਪਣੀ ਸਿਹਤ ਦਾ ਵਧੀਆ ਧਿਆਨ ਰੱਖ ਰਹੇ ਹੋ ਤੇ ਤੁਹਾਡੀ ਪੜ੍ਹਾਈ ਵੀ ਵਧੀਆ ਚੱਲ ਰਹੀ ਹੈ। ਆਪਾਂ ਸ਼ੁਰੂ ਕਰਨ ਜਾ ਰਹੇ ਹਾਂ 5ਵੀਂ ਜਮਾਤ ਦੀ ਬੁੱਕ ਮਾਈ ਵਰਲਡ ਦਾ 4th ਚੈਪਟਰ ਜਿਹਦਾ ਨਾਮ ਹੈ ਸਕਸੈਸ ਵਿਦ ਹਾਰਡ ਵਰਕ, ਮਿਹਨਤ ਨਾਲ ਸਫਲਤਾ। Look at the given pictures. ਦਿੱਤੀਆਂ ਤਸਵੀਰਾਂ ਨੂੰ ਦੇਖੋ। Which games do they depict? ਉਹ ਕਿਹੜੀਆਂ ਖੇਡਾਂ ਨੂੰ ਦਰਸਾਉਂਦੇ ਹਨ? Names of the games are also given below. ਤੇ ਜਿਹੜੇ ਖੇਡ ਹੈਗੇ ਨੇ ਉਹਨਾਂ ਦੇ ਨਾਂ ਵੀ ਹੇਠਾਂ ਦਿੱਤੇ ਗਏ ਹਨ। Write the correct name of the game under the picture. ਤਸਵੀਰ ਦੇ ਹੇਠਾਂ ਗੇਮ ਦਾ ਸਹੀ ਨਾਮ ਲਿਖੋ। You can also take the help of your teacher. ਤੁਸੀਂ ਆਪਣੇ ਅਧਿਆਪਕ ਦੀ ਵੀ ਮਦਦ ਲੈ ਸਕਦੇ ਹੋ। ਇਹ ਸਭ ਤੋਂ ਪਹਿਲੀ ਗੇਮ ਹੈਗੀ ਹੈ ਕ੍ਰਿਕਟ, ਸੈਕਿੰਡ ਨੰਬਰ ਤੇ ਹੈ ਬੈਡਮਿੰਟਨ, ਥਰਡ ਹੈ ਫੁੱਟਬਾਲ, ਫੋਰਥ ਹੈਗੀ ਹੈ ਹਾਕੀ, ਫਿਫਥ ਹੈ ਸਾਈਕਲਿੰਗ ਤੇ ਸਿਕਸਥ ਹੈ ਸਵਿਮਿੰਗ। ਅੱਗੇ ਹੈ which game do you like the most? ਤੁਹਾਨੂੰ ਕਿਹੜੀ ਖੇਡ ਸਭ ਤੋਂ ਵੱਧ ਪਸੰਦ ਹੈ? Draw a picture of the game. ਉਸ ਖੇਡ ਦੀ ਤਸਵੀਰ बनाओ। You can also color this picture ਤੇ ਤੁਸੀਂ ਇਸ ਤਸਵੀਰ ਵਿੱਚ ਰੰਗ ਵੀ ਭਰ ਸਕਦੇ ਹੋ। ਮੈਨੂੰ ਸਭ ਤੋਂ ਜ਼ਿਆਦਾ ਟੈਨਿਸ ਖੇਡਣਾ ਪਸੰਦ ਹੈ ਤੇ ਮੈਂ ਉਹਦੀ ਫੋਟੋ ਬਣਾ ਦਿੰਦੀ ਆ। ਦੇਖੋ ਬਹੁਤ ਸੌਖਾ ਹੈ ਬੱਚੋ ਇਹਦਾ ਰੈਕੇਟ ਬਣਾਉਣਾ। ਸਭ ਤੋਂ ਪਹਿਲਾਂ ਤੁਸੀਂ 1 ਇੰਚ ਕਰਕੇ ਗੋਲ ਚੱਕਰ ਬਣਾਉਣਾ। ਉਸ ਤੋਂ ਮਗਰੋਂ ਇੱਥੇ ਇੱਕ ਲਾਈਨ ਖਿੱਚ ਦੇਣੀ ਹੈ ਤੇ ਇਧਰੋਂ ਇੰਚ ਇਹ ਆ ਗਿਆ। ਉਸਦੇ ਵਿੱਚ ਵੀ ਇੱਕ ਗੋਲ ਚੱਕਰ ਬਣਾਉਣਾ ਹੈ। ਤੇ ਮਗਰੋਂ ਇਹ ਤੁਸੀਂ ਹਟਾ ਦਿਓ। ਇੰਚ ਕਰਨ ਤੋਂ ਬਾਅਦ ਇੱਥੇ ਇੱਕ ਡੰਡੀ, ਇੱਥੇ ਤੁਸੀਂ ਰੰਗ ਭਰ ਸਕਦੇ ਹੋ ਤੇ ਇੱਥੇ ਨੈਟ ਬਣਾ ਸਕਦੇ ਹੋ। ਅੱਗੇ ਵਧਦੇ ਹਾਂ। Some games are played individually by a player. ਕੁਝ ਗੇਮਾਂ ਜਾਂ ਖੇਡਾਂ ਇੱਕ ਖਿਡਾਰੀ ਦੁਆਰਾ ਖੇਡੀਆਂ ਜਾਂਦੀਆਂ ਨੇ। But in other games, more than one player form a team. ਪਰ ਕਾਫੀ ਖੇਡਾਂ ਦੇ ਵਿੱਚ ਹੋਰ ਖਿਡਾਰੀ, ਵੱਧ ਖਿਡਾਰੀ ਚਾਹੀਦੇ ਹੁੰਦੇ ਨੇ ਜੋ ਰਲ ਕੇ ਇੱਕ ਟੀਮ ਬਣਾਉਂਦੇ ਨੇ। Let's list the games which are played individually and which are played as a team. ਆਓ ਉਹਨਾਂ ਖੇਡਾਂ ਦੀ ਸੂਚੀ ਬਣਾਈਏ ਜੋ ਕਿ ਇੱਕ ਬੰਦਾ ਵੀ ਖੇਡ ਸਕਦਾ ਹੈ ਜਾਂ ਫਿਰ ਜਿਹੜੀਆਂ ਖੇਡਾਂ ਖਿਡਾਰੀਆਂ ਦੁਆਰਾ ਇਕੱਠੀਆਂ ਖੇਡੀਆਂ ਜਾਂਦੀਆਂ ਨੇ। Games in which players play individually. ਉਹ ਖੇਡਾਂ ਜਿਨ੍ਹਾਂ ਵਿੱਚ ਖਿਡਾਰੀ ਇਕੱਲੇ ਤੌਰ ਤੇ ਹੀ ਖੇਡਦਾ ਹੈ, ਜਿਵੇਂ ਲੌਂਗ ਜੰਪ। Games in which more than one player play as a team. ਉਹ ਖੇਡਾਂ ਜਿਨ੍ਹਾਂ ਦੇ ਵਿੱਚ ਇੱਕ ਤੋਂ ਵੱਧ ਖਿਡਾਰੀ ਇੱਕ ਟੀਮ ਵਜੋਂ ਖੇਡਦੇ ਹਨ, ਜਿਵੇਂ ਹਾਕੀ। ਲੌਂਗ ਜੰਪ, ਰੇਸਿੰਗ, ਸ਼ਾਰਟ ਪੁੱਟ, ਇਹਦੇ ਵਿੱਚ ਬਾਲ ਸਿੱਟਣੀ ਹੁੰਦੀ ਹੈ, ਦੂਰ ਤੇ ਨਹੀਂ। ਸਵਿਮਿੰਗ, ਸਾਈਕਲਿੰਗ, ਰਨਿੰਗ, ਇਹ ਖਿਡਾਰੀ ਵੀ ਖੇਡ ਸਕਦਾ ਹੈ। ਹਾਕੀ, ਖੋ-ਖੋ, ਕਬੱਡੀ, ਕ੍ਰਿਕਟ, ਫੁੱਟਬਾਲ, ਬੈਡਮਿੰਟਨ, ਇਹ ਇੱਕ ਟੀਮ ਵਜੋਂ ਖੇਡਾਂ ਖੇਡੀਆਂ ਜਾਂਦੀਆਂ ਨੇ।
Taking part in games develop a number of qualities such as confidence, accepting defeat, hard work, dedication, etc. ਖੇਡਾਂ ਵਿੱਚ ਭਾਗ ਲੈਣ ਨਾਲ ਕਈ ਗੁਣ ਪੈਦਾ ਹੁੰਦੇ ਨੇ ਜਿਵੇਂ ਕਿ ਆਤਮ ਵਿਸ਼ਵਾਸ, ਹਾਰ ਜਿੱਤ ਤੇ ਨਾਲ ਦੀ ਨਾਲ ਆਪਾਂ ਕਹਿ ਸਕਦੇ ਹਾਂ ਸਖਤ ਮਿਹਨਤ ਜਾਂ ਸਮਰਪਣ ਆਦਿ। We learn cooperation, association, coordination, etc. while playing as a team. ਜਦ ਅਸੀਂ ਇੱਕ ਟੀਮ ਵਜੋਂ ਖੇਡਦੇ ਹਾਂ ਤਾਂ ਅਸੀਂ ਤਾਲਮੇਲ, ਕਿਵੇਂ ਇੱਕ ਦੂਜੇ ਦੇ ਨਾਲ ਰਲ ਕੇ ਖੇਡਣਾ, ਇਹ ਸਾਰੇ ਗੁਣ ਵੀ ਸਿੱਖਦੇ ਹਾਂ। Children, school level games are followed by block level, district level, state level, national level and international level games. ਬੱਚਿਓ, ਸਕੂਲ ਪੱਧਰ ਤੇ ਖੇਡਣ ਤੋਂ ਬਾਅਦ ਅਸੀਂ ਜਾਂਦੇ ਹਾਂ ਬਲਾਕ ਲੈਵਲ ਤੇ, ਬਲਾਕ ਦੇ ਪੱਧਰ ਤੇ ਜ਼ਿਲ੍ਹਾ ਪੱਧਰ, ਰਾਜ ਪੱਧਰ, ਰਾਸ਼ਟਰ ਪੱਧਰ ਤੇ ਫਿਰ ਅੰਤਰਰਾਸ਼ਟਰੀ ਪੱਧਰ ਆਦਿ ਦੀਆਂ ਖੇਡਾਂ ਦੇ ਵਿੱਚ ਵੀ ਅਸੀਂ ਹਿੱਸਾ ਲੈ ਸਕਦੇ ਹਾਂ। Olympics are international level games in which players from different countries take part. Olympic ਅੰਤਰਰਾਸ਼ਟਰੀ ਪੱਧਰ ਦੀਆਂ ਖੇਡਾਂ ਹਨ ਜਿਸ ਵਿੱਚ ਵੱਖ-ਵੱਖ ਦੇਸ਼ਾਂ ਦੇ ਖਿਡਾਰੀ ਹਿੱਸਾ ਲੈਂਦੇ ਹਨ। These are held after every 4 years. ਇਹ ਹਰ 4 ਸਾਲ ਬਾਅਦ ਆਯੋਜਿਤ ਕੀਤੇ ਜਾਂਦੇ ਹਨ। Taking part in these games is a big achievement. ਇਹਨਾਂ ਖੇਡਾਂ ਵਿੱਚ ਭਾਗ ਲੈਣਾ ਇੱਕ ਵੱਡੀ ਪ੍ਰਾਪਤੀ ਹੈ। In the same manner, Asian and Commonwealth Games are also international level games. ਤੇ ਇਹਨਾਂ ਖੇਡਾਂ ਦੇ ਵਿੱਚ ਜਿਵੇਂ ਭਾਗ ਲੈਣਾ ਬਹੁਤ ਵੱਡੀ ਪ੍ਰਾਪਤੀ ਹੈ, ਉਵੇਂ ਹੀ ਏਸ਼ੀਅਨ ਗੇਮ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਾਮਨਵੈਲਥ ਦੀਆਂ ਖੇਡਾਂ ਦੇ ਵਿੱਚ ਭਾਗ ਲੈਣਾ ਵੀ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ। Who is your favorite player? ਤੁਹਾਡਾ ਪਸੰਦੀਦਾ ਖਿਡਾਰੀ ਕੌਣ ਹੈ? Collect information about him from the magazines and newspapers and note it down. ਉਸ ਖਿਡਾਰੀ ਬਾਰੇ ਜਾਣਕਾਰੀ ਇਕੱਠੀ ਕਰੋ ਮੈਗਜ਼ੀਨਾਂ ਤੋਂ ਜਾਂ ਫਿਰ ਅਖਬਾਰਾਂ ਤੋਂ। Paste the pictures in your notebook. ਤੇ ਤਸਵੀਰਾਂ ਨੂੰ ਆਪਣੀ ਕਾਪੀ ਤੇ ਵੀ ਉਹਦੀ ਚਿਪਕਾਓ। ਮੇਰੇ ਫੇਵਰੇਟ ਕ੍ਰਿਕਟਰ ਹੈਗੇ ਨੇ ਵਿਰਾਟ ਕੋਹਲੀ ਤੇ ਮੈਂ ਉਹਨਾਂ ਬਾਰੇ ਲਿਖਿਆ ਹੈ ਵਿਰਾਟ ਕੋਹਲੀ is my favorite cricketer. He is the style icon for many youth and well-known face of the Indian cricket team. Virat Kohli was brought up in Delhi. He played under 19 and then joined the Indian cricket crew to win under 19 World Cup. His mom, Saroj Kohli, is a homemaker and his father, late Prem Kohli, was a criminal attorney. He has a sister Bhavna and an older sibling Vikas. His nickname is Chiku. Virat Kohli is the best keeper of Indian national cricket team, ODI and Test. He is counted among the top athletes in India. He is the motivation and example for the youth today. ਤੇ ਮੈਂ ਲਿਖਿਆ ਵੀ ਮੇਰੇ ਮਨਪਸੰਦ ਜਿਹੜੇ ਕ੍ਰਿਕਟਰ ਹੈਗੇ ਨੇ ਉਹ ਵਿਰਾਟ ਕੋਹਲੀ ਹੈਗੇ ਨੇ। ਉਹ ਬਹੁਤ ਸਾਰੇ ਨੌਜਵਾਨਾਂ ਲਈ ਇੱਕ ਸਟਾਈਲ ਆਈਕਨ ਹੈਗੇ ਨੇ ਤੇ ਭਾਰਤੀ ਕ੍ਰਿਕਟ ਟੀਮ ਦਾ ਇੱਕ ਜਾਣਿਆ ਪਛਾਣਿਆ ਚਿਹਰਾ ਹੈਗੇ। ਵਿਰਾਟ ਕੋਹਲੀ ਦਿੱਲੀ ਵਿੱਚ ਪੈਦਾ ਹੋਏ, ਉਹਨਾਂ ਦੀ ਪਰਵਰਿਸ਼ ਦਿੱਲੀ ਵਿੱਚ ਹੋਈ। ਉਹਨਾਂ ਨੇ ਅੰਡਰ 19 ਖੇਲਿਆ, ਉਸ ਤੋਂ ਬਾਅਦ ਉਹ ਜਿੱਤ ਲੈ ਕੇ ਆਏ ਅੰਡਰ 19 ਵਰਲਡ ਕੱਪ ਦੇ ਵਿੱਚ। ਉਹਨਾਂ ਦੇ ਮਾਤਾ ਜੀ ਘਰ ਸੰਭਾਲਦੇ ਨੇ। ਪਿਤਾ ਜੀ ਜੋ ਹੁਣ ਨਹੀਂ ਨੇ ਉਹ ਇੱਕ ਕ੍ਰਿਮੀਨਲ ਅਟਾਰਨੀ ਸੀਗੇ ਤੇ ਉਹਨਾਂ ਦੀ ਸਿਸਟਰ ਦਾ ਨਾਮ, ਭੈਣ ਦਾ ਨਾਮ ਭਾਵਨਾ ਹੈਗਾ। ਇੱਕ ਵੱਡਾ ਭਰਾ ਹੈਗਾ ਜਿਹਦਾ ਨਾਮ ਵਿਕਾਸ ਹੈ। ਉਹਨਾਂ ਦਾ ਨਿਕਨੇਮ ਚੀਕੂ ਹੈ। ਉਹ ਇੰਡੀਅਨ ਨੈਸ਼ਨਲ ਕ੍ਰਿਕਟ ਟੀਮ ODI ਹੋ ਜਾਏ ਜਾਂ ਟੈਸਟ ਮੈਚ ਹੋ ਜਾਏ ਉਹਦੇ ਬੈਸਟ ਖਿਡਾਰੀ ਹੈਗੇ ਨੇ ਤੇ ਨਾਲ ਦੀ ਨਾਲ ਉਹਨਾਂ ਨੂੰ ਭਾਰਤ ਦੇ ਟੌਪ ਖਿਡਾਰੀਆਂ ਵਿੱਚ ਵੀ ਉਹਨਾਂ ਦੀ ਗਿਣਤੀ ਕੀਤੀ ਜਾਂਦੀ ਹੈ ਤੇ ਉਹ ਅੱਜ ਦੇ ਨੌਜਵਾਨਾਂ ਲਈ ਪ੍ਰੇਰਨਾ ਅਤੇ ਮਿਸਾਲ ਹੈਗੇ ਨੇ। From the last few years, sports meets are being organized for differently abled people. ਪਿਛਲੇ ਕੁਝ ਸਾਲਾਂ ਤੋਂ ਖੇਡਾਂ ਦੀਆਂ ਜਿਹੜੀਆਂ ਮੀਟਿੰਗਾਂ ਹੈ ਉਹ ਵੀ ਕੀਤੀਆਂ ਜਾ ਰਹੀਆਂ ਹਨ ਵੱਖਰੇ ਤੌਰ ਤੇ ਸਮਰਥ ਲੋਕਾਂ ਦੇ ਲਈ। They show their talent. ਉਹ ਆਪਣੀ ਪ੍ਰਤਿਭਾ ਦਿਖਾਉਂਦੇ ਹਨ। This develops self-confidence in them ਤੇ ਇਹ ਉਹਨਾਂ ਵਿੱਚ ਆਤਮ ਵਿਸ਼ਵਾਸ ਵੀ ਪੈਦਾ ਕਰਦਾ ਹੈ। Para Olympics is one such activity. Para Olympic ਇੱਕ ਅਜਿਹੀ
ਐਕਟੀਵਿਟੀ ਜਾਂ ਗਤੀਵਿਧੀ ਹੈ ਜੋ ਡਿਫਰੈਂਟਲੀ ਏਬਲਡ ਲੋਕਾਂ ਦੇ ਲਈ ਹੁੰਦੀ ਹੈ। ਫॉर टीचर, discuss different levels of games with the children such as school, block, district, state, national and international level games like Asian Games, Commonwealth and Olympics in the classroom and help students understand the difference in these games. ਅਧਿਆਪਕ ਲਈ ਇਹ ਕੰਮ ਦਿੱਤਾ ਗਿਆ ਹੈ ਵੀ ਬੱਚਿਆਂ ਨਾਲ ਖੇਡਾਂ ਦੇ ਵੱਖ-ਵੱਖ ਪੱਧਰਾਂ ਬਾਰੇ ਚਰਚਾ ਕੀਤੀ ਜਾਵੇਗੀ, ਜਿਵੇਂ ਕਿ ਸਕੂਲ ਦੇ ਪੱਧਰ ਤੇ, ਬਲਾਕ ਦੇ ਪੱਧਰ ਤੇ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਡਿਸਟ੍ਰਿਕਟ ਦੇ ਪੱਧਰ ਤੇ, ਜ਼ਿਲ੍ਹਾ ਵਿੱਚ ਰਾਜ, ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ ਦੀਆਂ ਖੇਡਾਂ ਜਿਵੇਂ ਕਿ ਹੋ ਸਕਦਾ ਹੈ ਏਸ਼ੀਅਨ ਗੇਮਸ, ਕਾਮਨਵੈਲਥ, ਓਲੰਪਿਕਸ, ਅਤੇ ਵਿਦਿਆਰਥੀਆਂ ਨੂੰ ਇਹਨਾਂ ਖੇਡਾਂ ਵਿੱਚ ਅੰਤਰ ਸਮਝਣ ਦੀ ਵੀ ਮਦਦ ਕੀਤੀ ਜਾਏਗੀ। Village, Sansarpur of District Jalandhar is an example from where 14 players have taken part in Olympics. ਜ਼ਿਲ੍ਹਾ ਜਲੰਧਰ ਦਾ ਪਿੰਡ ਸੰਸਾਰਪੁਰ ਇੱਕ ਮਿਸਾਲ ਹੈ ਜਿੱਥੋਂ 14 ਖਿਡਾਰੀਆਂ ਨੇ ਓਲੰਪਿਕ ਵਿੱਚ ਭਾਗ ਲਿਆ। ਜਲੰਧਰ is famous for making sports goods ਤੇ ਜਲੰਧਰ ਖੇਡਾਂ ਦਾ ਸਮਾਨ ਬਣਾਉਣ ਲਈ ਵੀ ਮਸ਼ਹੂਰ ਹੈ। ਇੱਥੇ ਕੁਐਸਚਨਸ ਦਿੱਤੇ ਹੋਏ ਨੇ, ਜਿਵੇਂ ਪਹਿਲਾ ਕੁਐਸਚਨ ਹੈ fill in the blanks with a correct word. ਖਾਲੀ ਥਾਵਾਂ ਭਰੋ ਸਹੀ ਸ਼ਬਦ ਚੁਣ ਕੇ। ਇੱਥੇ ਸ਼ਬਦ ਦਿੱਤੇ ਹੋਏ ਨੇ, ਵਰਡਸ ਹੈਗੇ ਨੇ ਗੇਮਸ ਖੇਡਾਂ, ਕੋਆਪਰੇਸ਼ਨ ਸਹਿਯੋਗ, ਹਾਕੀ। First, dash and cricket are international level games. ਹਾਕੀ ਤੇ ਕ੍ਰਿਕਟ ਅੰਤਰਰਾਸ਼ਟਰੀ ਪੱਧਰ ਦੀਆਂ ਖੇਡਾਂ ਹਨ। Second, taking part in dash develop qualities such as confidence, hard work, dedication, etc. Games, ਖੇਡਾਂ ਵਿੱਚ ਭਾਗ ਲੈਣ ਨਾਲ ਆਤਮ ਵਿਸ਼ਵਾਸ ਵਰਗੇ ਗੁਣ ਪੈਦਾ ਹੁੰਦੇ ਨੇ, ਮਿਹਨਤ ਹੋ ਗਿਆ, ਸਮਰਪਣ ਆਦਿ। Third, we learn dash by playing as a team. ਅਸੀਂ ਇੱਕ ਟੀਮ ਦੇ ਰੂਪ ਵਿੱਚ ਖੇਡ ਕੇ ਏਕਤਾ ਸਿੱਖ ਸਕਦੇ ਹਾਂ। Second question, take the correct answer. ਸਹੀ ਦਾ ਨਿਸ਼ਾਨ ਲਾਓ। First, which of the following games is played as a team? ਕਿਹੜੀਆਂ ਖੇਡਾਂ ਹੈਗੀਆਂ ਨੇ ਜੋ ਕਿ ਇੱਕ ਟੀਮ ਵਜੋਂ ਖੇਡੀਆਂ ਜਾਂਦੀਆਂ ਨੇ? ਫੁੱਟਬਾਲ, ਹੈਮਰ ਥਰੋ ਜਾਂ weight lifting? ਇੱਥੇ ਆਏਗਾ ਫੁੱਟਬਾਲ। Second, after how many years Olympic games take place? ਓਲੰਪਿਕ ਖੇਡਾਂ ਕਿੰਨੇ ਸਾਲਾਂ ਬਾਅਦ ਖੇਡੀਆਂ ਜਾਂਦੀਆਂ ਨੇ ਜਾਂ ਆਯੋਜਿਤ ਕੀਤੀਆਂ ਜਾਂਦੀਆਂ ਨੇ? 4, 5 ਜਾਂ 6? 4. Third, which games are organized for differently abled players? ਵੱਖ-ਵੱਖ ਯੋਗਤਾ ਵਾਲੇ ਖਿਡਾਰੀਆਂ ਲਈ ਕਿਹੜੀਆਂ ਖੇਡਾਂ ਦਾ ਆਯੋਜਨ ਕੀਤਾ ਜਾਂਦਾ ਹੈ? ਓਲੰਪਿਕਸ, ਪੈਰਾ ਓਲੰਪਿਕਸ ਜਾਂ ਕਾਮਨਵੈਲਥ? ਪੈਰਾ ਓਲੰਪਿਕਸ। Fourth, by playing, time is wasted. ਖੇਡਣ ਨਾਲ ਸਮਾਂ ਬਰਬਾਦ ਹੁੰਦਾ ਹੈ। We remain healthy, ਅਸੀਂ ਸਿਹਤਮੰਦ ਰਹਿੰਦੇ ਹਾਂ, ਜਾਂ we become sick, ਅਸੀਂ ਬਿਮਾਰ ਹੋ ਜਾਂਦੇ ਹਾਂ। We remain healthy. ਅਗਲਾ question, third, why should we take part in games? ਸਾਨੂੰ ਖੇਡਾਂ ਵਿੱਚ ਹਿੱਸਾ ਕਿਉਂ ਲੈਣਾ ਚਾਹੀਦਾ ਹੈ? Taking part in sports teaches us valuable lessons like teamwork, a sense of togetherness and belonging. It helps us to learn and accept defeat, which is one of the important lessons in life. We also learn qualities like confidence, hard work, punctuality, dedication, etc. It improves our mood and makes us more productive and helps to maintain a lifestyle which is disease-free. ਖੇਡਾਂ ਵਿੱਚ ਹਿੱਸਾ ਲੈਣ ਨਾਲ ਸਾਨੂੰ ਟੀਮ ਵਰਕ, ਏਕਤਾ ਦੀ ਭਾਵਨਾ ਤੇ ਹੋਰ ਕਈ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ, ਜਿਵੇਂ ਕਿਵੇਂ ਇੱਕ ਦੂਜੇ ਦੇ ਨਾਲ ਰਲ ਕੇ ਖੇਡਣਾ ਜ਼ਰੂਰੀ ਹੈ। ਇਹ ਸਾਡੀ ਹਾਰ ਜਿੱਤ ਦੀ ਭਾਵਨਾ ਨੂੰ ਵੀ ਪ੍ਰੋਤਸਾਹਿਤ ਕਰਦੀ ਹੈ ਵੀ ਸਾਨੂੰ ਇਹ ਸਿੱਖਣਾ ਚਾਹੀਦਾ ਹੈ ਵੀ ਹਾਰ ਵੀ ਹੁੰਦੀ ਹੈ ਜ਼ਿੰਦਗੀ ਦੇ ਵਿੱਚ ਤੇ ਉਹਨੂੰ ਵੀ ਮੰਨ ਲੈਣਾ ਚਾਹੀਦਾ ਹੈ। ਤੇ ਨਾਲ ਦੀ ਨਾਲ ਅਸੀਂ ਆਤਮ ਵਿਸ਼ਵਾਸ, ਸਖਤ ਮਿਹਨਤ, ਸਮੇਂ ਦੀ ਪਾਬੰਦੀ, ਸਮਰਪਣ ਆਦਿ ਵਰਗੇ ਗੁਣ ਵੀ ਸਿੱਖਦੇ ਹਾਂ। ਇਹ ਸਾਡੇ ਮੂਡ ਨੂੰ ਵੀ ਵਧੀਆ ਕਰ ਦਿੰਦੀ ਹੈ ਤੇ ਸਾਨੂੰ ਵਧੇਰੇ ਲਾਭਦਾਇਕ ਵੀ ਹੁੰਦੀ ਹੈ ਤੇ ਲਾਭਕਾਰੀ ਬਣਾਉਂਦੀ ਹੈ, ਕਿਉਂਕਿ ਹੋਰ ਕੰਮ ਅਸੀਂ ਕਰ ਸਕਦੇ ਹਾਂ ਤੇ ਇਹ ਸਾਡੀ ਜੀਵਨ ਸ਼ੈਲੀ ਦੇ ਵਿੱਚ ਬਿਮਾਰੀਆਂ ਨੂੰ ਵੀ ਦੂਰ ਰੱਖਦੀ ਹੈ। Fourth question ਹੈ, name the school level games. ਸਕੂਲ ਪੱਧਰ ਦੀਆਂ ਖੇਡਾਂ ਦੇ ਨਾਂ ਦੱਸੋ।
School level games include football, basketball, handball, hockey, volleyball, rugby, cricket, badminton, boxing, and tennis. Fifth question, write any 4 international level games. कोई 4 अंतरराष्ट्रीय पद्धर दियां खेडां दे नाम लिखो. International level games include hockey, football, cricket, volleyball, tennis, yoga, soccer, horse racing, weightlifting, karate, surfing, skateboarding, judo, swimming and jumping. अगला क्वेश्चन है, what do you mean by para Olympic games? Para Olympic खेडां तो थोड़ा की मतलब है? Para Olympic is a major international sports competition for athletes with disabilities. It is split into winter games and summer games which alternately occur every 2 years. Para Olympic ਜਿਹੜੇ ਲੋਕ differently abled ਹੁੰਦੇ ਨੇ ਉਹਨਾਂ ਖਿਡਾਰੀਆਂ ਲਈ ਇੱਕ ਅੰਤਰਰਾਸ਼ਟਰੀ ਖੇਡ ਮੁਕਾਬਲਾ ਹੈ ਜੋ ਕਿ ਸਰਦੀਆਂ ਦੇ ਵਿੱਚ ਵੀ ਖੇਡਿਆ ਜਾਂਦਾ ਹੈ ਤੇ ਨਾਲ ਦੀ ਨਾਲ ਗਰਮੀਆਂ ਦੇ ਵਿੱਚ ਵੀ ਖੇਡਿਆ ਜਾਂਦਾ ਹੈ. ਇਹ ਹਰ 2 ਸਾਲ ਬਾਅਦ ਹੀ ਆਯੋਜਿਤ ਕੀਤਾ ਜਾਂਦਾ ਹੈ. ਅਗਲਾ ਹੈ ਮਾਈਂਡ ਮੈਪਿੰਗ. ਗੇਮਸ ਪਲੇਡ ਐਜ਼ ਅ ਟੀਮ. ਖੇਡਾਂ ਜੋ ਇੱਕ ਟੀਮ ਵਜੋਂ ਖੇਡੀਆਂ ਜਾਂਦੀਆਂ ਨੇ ਉਹ ਆਪਾਂ ਇੱਥੇ ਲਿਖਣੀਆਂ ਨੇ. ਜੋ ਖੇਡਾਂ ਸਾਰੇ ਰਲ ਕੇ ਖੇਡਦੇ ਨੇ ਉਹਨਾਂ ਦੇ ਨਾਮ ਹੈਗੇ ਨੇ ਬਾਸਕਟਬਾਲ, ਵਾਲੀਬਾਲ, ਰਗਬੀ, ਹੈਂਡਬਾਲ, ਕ੍ਰਿਕਟ, ਬੇਸਬਾਲ ਤੇ ਤੁਸੀਂ ਆ ਵੀ ਲਿਖ ਸਕਦੇ ਹੋ ਹਾਕੀ, ਖੋ-ਖੋ ਤੇ ਕਬੱਡੀ. आगे है, do you know who are the international players? Let us meet some of them. ਕੀ ਤੁਸੀਂ ਜਾਣਦੇ ਹੋ ਕਿ ਅੰਤਰਰਾਸ਼ਟਰੀ ਖਿਡਾਰੀ ਕੌਣ ਹਨ? ਆਓ ਉਹਨਾਂ ਵਿੱਚੋਂ ਕੁਝ ਇੰਟਰਨੈਸ਼ਨਲ ਖਿਡਾਰੀਆਂ ਨੂੰ ਜਾਂ ਆਪਾਂ ਕਹਿ ਸਕਦੇ ਹਾਂ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਮਿਲੀਏ. ਇੱਥੇ ਬਣਾਈ ਹੋਈ ਹੈ ਪੀਟੀ ਊਸ਼ਾ ਦੀ ਫੋਟੋ. This is the picture of PT Usha. ਇਹ ਤਸਵੀਰ PT Usha ਦੀ ਹੈ. PT Usha is an international athlete and also the first Indian woman to enter Olympics. PT Usha एक अंतरराष्ट्रीय खिडारी ने ते नाल दी नाल ਉਹ ਪਹਿਲੀ ਐਸੀ ਮਹਿਲਾ ਹੈਗੀ ਹੈ ਜੋ 올림픽ਸ ਦੇ ਵਿੱਚ ਜਿਨ੍ਹਾਂ ਨੇ ਹਿੱਸਾ ਲਿਆ. ਭਾਰਤੀ ਮਹਿਲਾ ਜਿਨ੍ਹਾਂ ਨੇ 올림픽 ਦੇ ਵਿੱਚ ਹਿੱਸਾ ਲਿਆ. In 1984 she was about to get the bronze medal but missed it with a little difference of 1/100 second. ਤੇ ਇੱਥੇ ਦੱਸਿਆ ਗਿਆ ਵੀ 1984 ਦੇ ਵਿੱਚ ਜਦ 올림픽 ਦੀਆਂ ਖੇਡਾਂ ਹੋਈਆਂ ਉਹ ਬ੍ਰੌਂਜ਼ ਮੈਡਲ ਜਿੱਤਣੇ ਵਾਲੀ ਸੀ ਕਿ ਹਲੇ ਜਿਹੜਾ ਤਗਮਾ ਸੀ ਆਪਣੇ ਨਾਮ ਕਰਾਉਣ ਤੋਂ ਸਿਰਫ 1/100 ਸੈਕਿੰਡ ਦਾ ਫਰਕ ਰਹਿ ਗਿਆ. ਇੰਨਾ ਛੋਟਾ ਜਿਹੜਾ ਫਰਕ ਰਹਿ ਗਿਆ ਉਹਦੇ ਨਾਲ ਵੀ ਬੰਦਾ ਪਿੱਛੇ ਰਹਿ ਜਾਂਦਾ ਹੈ. ਪੀਟੀ ਊਸ਼ਾ ਇਜ਼ ਆਲਸੋ ਨੋਨ ਐਜ਼ ਸਪਲਿੰਟ ਕੁਈਨ ਤੇ ਪੀਟੀ ਊਸ਼ਾ ਨੂੰ ਸਪਲਿੰਟ ਕੁਈਨ ਵੀ ਕਿਹਾ ਜਾਂਦਾ ਹੈ. Did this ever happen to you in your life that you lost when you were very close to the victory? ਕੀ ਤੁਹਾਡੀ ਜ਼ਿੰਦਗੀ ਵਿੱਚ ਤੁਹਾਡੇ ਨਾਲ ਕਦੇ ਅਜਿਹਾ ਹੋਇਆ ਜਦੋਂ ਤੁਸੀਂ ਜਿੱਤ ਦੇ ਬਹੁਤ ਨੇੜੇ ਸੀ ਤੇ ਤੁਸੀਂ ਹਾਰ ਗਏ? How did you feel at that time? ਤੇ ਤੁਹਾਨੂੰ ਉਸ ਸਮੇਂ ਕਿਵੇਂ ਮਹਿਸੂਸ ਹੋਇਆ? ਹਾਂਜੀ, ਮੇਰੇ ਨਾਲ ਏਦਾਂ ਹੋਇਆ ਵੀ ਮੈਂ ਜਿੱਤ ਦੇ ਬਹੁਤ ਨੇੜੇ ਸੀ ਤੇ ਕੁਝ ਸੈਕਿੰਡ ਦੇ ਫਰਕ ਤੋਂ ਮੈਂ ਹਾਰ ਗਈ. ਪਰ ਮੈਂ ਹਮੇਸ਼ਾ ਯਾਦ ਰੱਖਦੀ ਹਾਂ ਲੂਜ਼ਿੰਗ ਅ ਗੇਮ ਇਜ਼ ਐਸੈਂਸ਼ੀਅਲ ਟੂ ਐਨੀਵਨਸ ਸਕਸੈਸ. ਕਿਸੇ ਵੀ ਵਿਅਕਤੀ ਦੀ ਸਫਲਤਾ ਲਈ ਖੇਡ ਨੂੰ ਗਵਾਉਣਾ ਜ਼ਰੂਰੀ ਵੀ ਹੁੰਦਾ ਹੈ. ਵਨ ਕਾਂਟ ਬੀ ਅ ਵਿਨਰ ਆਲ ਦ ਟਾਈਮ. ਕੋਈ ਹਰ ਸਮੇਂ ਜਿੱਤ ਨਹੀਂ ਪ੍ਰਾਪਤ ਕਰ ਸਕਦਾ. ਦ ਮੋਰ ਯੂ ਲੂਜ਼ ਦ ਮੋਰ ਯੂ ਵਾਂਟ ਟੂ ਵਿਨ. ਤੇ ਜਿੰਨਾ ਤੁਸੀਂ ਹਾਰਦੇ ਹੋ ਓਨਾ ਹੀ ਤੁਸੀਂ ਜਿੱਤਣਾ ਚਾਹੁੰਦੇ ਹੋ. ਉਹ ਤੁਹਾਡੇ ਵਿੱਚ ਜਿੱਦ ਆ ਜਾਂਦੀ ਹੈ. आगे है, Karnam Malleshwari is the first Indian woman to win medal in weightlifting in the Olympic Games. Karnam Malleshwari Olympic ਖੇਡਾਂ ਵਿੱਚ weightlifting ਵਿੱਚ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ. ਆ ਦੇਖੋ ਉਹਨਾਂ ਦੀ ਫੋਟੋ ਵੀ ਬਣਾਈ ਹੋਈ ਹੈ. Here are some facts from the autobiography of another international player, Milkha Singh, known as Flying Sikh. ਤੇ Flying Sikh ਵਜੋਂ ਜਾਣੇ ਜਾਂਦੇ ਇੱਕ ਹੋਰ ਅੰਤਰਰਾਸ਼ਟਰੀ ਖਿਡਾਰੀ ਮਿਲਖਾ ਸਿੰਘ ਦੀ ਸਵੈ ਜੀਵਨੀ ਦੇ ਕੁਝ ਤੱਕ ਇੱਥੇ ਲਿਖੇ ਹੋਏ ਨੇ. ਆਓ ਇਹਨੂੰ ਪੜ੍ਹੀਏ. My father, Sardar Sampuran Singh, was a very simple person. He had a little knowledge of Punjabi, but still he tried his best to educate his children. ਤੇ ਮਿਲਖਾ ਸਿੰਘ ਦੱਸਦੇ ਨੇ
ਮੇਰੇ ਪਿਤਾ ਜੀ ਸੰਪੂਰਨ ਸਿੰਘ ਬਹੁਤ ਹੀ ਸਾਧਾਰਨ ਵਿਅਕਤੀ ਸੀ। ਉਹਨਾਂ ਨੂੰ ਪੰਜਾਬੀ ਦੀ ਥੋੜੀ ਨੌਲੇਜ ਸੀ ਜਾਂ ਗਿਆਨ ਸੀ, ਪਰ ਫਿਰ ਵੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਦੀ ਪੂਰੀ ਕੋਸ਼ਿਸ਼ ਕੀਤੀ। Farming was our ancestral occupation. ਖੇਤੀ ਸਾਡੀ ਪੁਸ਼ਤੈਨਿਕ ਕੰਮਕਾਜ ਸੀ। We were 5 brothers and 3 sisters. ਅਸੀਂ 5 ਭਰਾ ਤੇ 3 ਭੈਣਾਂ ਸਨ। Our house had 2 kacha rooms. In one room, livestock, animals like cow and buffaloes, and things relating to them were kept, while in the other we lived with our belongings. ਤੇ ਉਹ ਦੱਸਦੇ ਨੇ ਵੀ ਸਾਡੇ ਘਰ ਦੇ ਵਿੱਚ 2 ਕੱਚੇ ਕਮਰੇ ਸਨ। ਇੱਕ ਦੇ ਵਿੱਚ ਪਸ਼ੂ ਜਿਵੇਂ ਗਊ, ਮੱਝ ਇਹ ਸਭ ਰਹਿੰਦੇ ਸੀ ਤੇ ਉਹਨਾਂ ਦੇ ਸੰਬੰਧਿਤ ਚੀਜ਼ਾਂ ਵੀ ਰੱਖੀਆਂ ਜਾਂਦੀਆਂ ਸੀ, ਜਦੋਂ ਕਿ ਦੂਜੇ ਕਮਰੇ ਵਿੱਚ ਅਸੀਂ ਆਪਣੇ ਸਮਾਨ ਨਾਲ ਰਹਿੰਦੇ ਸਨ। After passing class 4th from the village school, I went to a city school for further studies. ਤੇ ਪਿੰਡ ਦੇ ਸਕੂਲ ਤੋਂ ਚੌਥੀ ਜਮਾਤ ਪਾਸ ਕਰਨ ਤੋਂ ਬਾਅਦ ਮੈਂ ਅੱਗੇ ਪੜ੍ਹਨ ਦੇ ਲਈ ਸਿਟੀ ਜਾਂ ਸ਼ਹਿਰ ਆ ਗਿਆ। There was another boy from my village. Both of us used to wake up at 4 o'clock in the morning. ਤੇ ਉੱਥੇ ਮੇਰੇ ਪਿੰਡ ਦਾ ਇੱਕ ਹੋਰ ਮੁੰਡਾ ਸੀ। ਅਸੀਂ ਦੋਵੇਂ ਸਵੇਰੇ ਸਾਜਰੇ 4 ਵਜੇ ਹੀ ਉੱਠ ਜਾਂਦੇ ਸਨ। After getting ready for school, we would reach the school at the prayer time after walking a distance of 6 ko, which is almost 14 to 15 kilometers. ਤੇ ਉਹ ਦੱਸਦੇ ਨੇ ਵੀ 4 ਵਜੇ ਉੱਠ ਕੇ ਸਕੂਲ ਲਈ ਤਿਆਰ ਹੋ ਕੇ 6 ਕੋ ਦੀ ਦੂਰੀ ਤੋਂ, ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਲਗਭਗ 14-15 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਪੈਦਲ ਹੀ ਆਪਾਂ ਸਕੂਲ ਸਮੇਂ ਸਿਰ ਪਹੁੰਚ ਜਾਂਦੇ ਸਨ ਪ੍ਰਾਰਥਨਾ ਸਮੇਂ। And then happened the massacre of 1947. ਅਤੇ ਫਿਰ 1947 ਦਾ massacre ਹੋਇਆ ਜਦ ਦੇਸ਼ ਦੀ ਵੰਡ ਹੋ ਗਈ ਸੀ। Our house and the houses of thousands of people of our village were destroyed in the riots. ਸਾਡਾ ਘਰ ਅਤੇ ਸਾਡੇ ਪਿੰਡ ਦੇ ਹਜ਼ਾਰਾਂ ਲੋਕਾਂ ਦੇ ਘਰ ਦੰਗਿਆਂ ਦੇ ਵਿੱਚ ਤਬਾਹ ਹੋ ਗਏ। Some of our family members and many other villagers were either killed or were missing. ਸਾਡੇ ਪਰਿਵਾਰ ਦੇ ਕੁਝ ਮੈਂਬਰ ਅਤੇ ਕਈ ਹੋਰ ਪਿੰਡ ਦੇ ਵਾਸੀ ਜਾਂ ਤਾਂ ਮਾਰੇ ਗਏ ਸਨ ਜਾਂ ਫਿਰ ਲਾਪਤਾ ਹੋ ਗਏ ਸਨ। But somehow I reached Delhi. ਕਿਸੇ ਤਰ੍ਹਾਂ ਮੈਂ ਦਿੱਲੀ ਪੁੱਜ ਗਿਆ। I started running in 1952 after my recruitment in the army. ਮੈਂ ਆਰਮੀ ਦੇ ਵਿੱਚ ਭਰਤੀ ਹੋ ਕੇ 1952 ਵਿੱਚ ਦੌੜਨਾ ਸ਼ੁਰੂ ਕੀਤਾ। Our teacher, Sardar Gurdev Singh, who himself was an athlete, was a hard task master. ਤੇ ਇੱਥੇ ਉਹ ਦੱਸਦੇ ਨੇ ਵੀ ਸਾਡੇ ਉਸਤਾਦ ਸਰਦਾਰ ਗੁਰਦੇਵ ਸਿੰਘ ਜੀ, ਜੋ ਕਿ ਆਪ ਇੱਕ ਐਥਲੀਟ ਸਨ, ਉਹ ਸਖਤ ਮਿਹਨਤ ਕਰਨ ਵਾਲੇ ਮਾਸਟਰ ਜੀ ਸਨ। When I took part in the national games held at Patiala, first time I saw women taking part in the games. ਮੈਂ ਪਟਿਆਲਾ ਵਿਖੇ ਜਦ ਰਾਸ਼ਟਰੀ ਖੇਡਾਂ ਵਿੱਚ ਭਾਗ ਲਿਆ ਪਟਿਆਲਾ ਵਿੱਚ, ਤਾਂ ਪਹਿਲੀ ਵਾਰ ਮੈਂ ਔਰਤਾਂ ਨੂੰ ਖੇਡਾਂ ਵਿੱਚ ਹਿੱਸਾ ਲੈਂਦਿਆਂ ਵੇਖਿਆ। Women's participation in games appeared very strange to Milkha Singh because in those times society did not like women to take part in games. ਖੇਡਾਂ ਵਿੱਚ ਔਰਤਾਂ ਦੀ ਭਾਗੀਦਾਰੀ ਮਿਲਖਾ ਸਿੰਘ ਨੂੰ ਬਹੁਤ ਅਜੀਬ ਲੱਗਦੀ ਸੀ, ਕਿਉਂਕਿ ਉਸ ਸਮੇਂ ਸਮਾਜ ਖੇਡਾਂ ਵਿੱਚ ਔਰਤਾਂ ਦਾ ਹਿੱਸਾ ਲੈਣਾ ਪਸੰਦ ਨਹੀਂ ਸੀ ਕਰਦਾ। ਤੁਸੀਂ ਦੱਸੋ, is women's participation in games disliked nowadays? ਅੱਜਕੱਲ ਖੇਡਾਂ ਵਿੱਚ ਔਰਤਾਂ ਦੀ ਭਾਗੀਦਾਰੀ ਨਾਪਸੰਦ ਕੀਤੀ ਜਾਂਦੀ ਹੈ। Is it right to do so? ਕੀ ਇਹ ਕਰਨਾ ਸਹੀ ਹੈ? What do you think about it? ਤੁਸੀਂ ਕੀ ਸੋਚਦੇ ਹੋ ਇਸ ਬਾਰੇ? The teacher will discuss it with the students. ਅਧਿਆਪਕ ਇਸ ਬਾਰੇ ਵਿਦਿਆਰਥੀਆਂ ਨਾਲ ਚਰਚਾ ਕਰੇਗਾ। ਮੈਂ ਕਹਾਂਗੀ, men and women have fundamental right to do things as they like and they must be treated as equals. ਮਰਦ ਤੇ ਔਰਤਾਂ ਨੂੰ ਆਪਣੀ ਮਰਜ਼ੀ ਅਨੁਸਾਰ ਕੰਮ ਕਰਨ ਦਾ ਸੰਵਿਧਾਨ ਨੇ ਅਧਿਕਾਰ ਪ੍ਰਾਪਤ ਕਰਵਾਇਆ ਹੈ ਤੇ ਉਹਨਾਂ ਨੂੰ ਬਰਾਬਰ ਸਮਝਿਆ ਜਾਣਾ ਚਾਹੀਦਾ ਹੈ। The society has changed a lot. समाज बहुत बदल गया है and become very progressive,
and allows women to participate in each and every field, may it be of work or games. ਅਤੇ ਜਿਹੜਾ ਸਮਾਜ ਹੈ ਔਰਤਾਂ ਨੂੰ ਹਰ ਖੇਤਰ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੰਦਾ ਹੈ, ਭਾਵੇਂ ਉਹ ਕੰਮ ਹੋਵੇ ਜਾਂ ਫਿਰ ਖੇਡਾਂ। Nowadays, families also support their girls to participate in various games. And in fact, women have outshined men. ਅੱਜਕੱਲ ਪਰਿਵਾਰ ਵੀ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲੈਣ ਲਈ ਆਪਣੀਆਂ ਕੁੜੀਆਂ ਨੂੰ ਸਮਰਥਨ ਦਿੰਦੇ ਨੇ, ਕਰਦੇ ਨੇ, ਤੇ ਅਸਲ ਵਿੱਚ ਔਰਤਾਂ ਨੇ ਮਰਦਾਂ ਨੂੰ ਵੀ ਪਛਾੜ ਦਿੱਤਾ ਹੈ। Women athletes like PV Sindhu, Saina Nehwal, Mary Kom, Sania Mirza, Mithali Raj, Deepika Kumari have brought honor and pride to the country. ਤੇ ਜਿਹੜੀਆਂ women ਜਾਂ ਔਰਤਾਂ ਹੈਗੀਆਂ ਨੇ ਖੇਡਾਂ ਦੇ ਵਿੱਚ, ਇੰਨੇ ਸਾਰੇ ਨਾਮ ਹੈਗੇ ਨੇ ਜਿਨ੍ਹਾਂ ਨੇ ਦੇਸ਼ ਦਾ ਮਾਣ ਵਧਾਇਆ ਹੈ। ਅੱਗੇ ਹੈ I increased my practice day by day. ਮੈਂ ਦਿਨੋਂ ਦਿਨ ਆਪਣਾ ਅਭਿਆਸ ਵਧਾਇਆ and I won many races. ਅਤੇ ਮੈਂ ਬਹੁਤ ਸਾਰੀਆਂ ਦੌੜਾਂ ਜਿੱਤੀਆਂ। At last, I was chosen for the Olympics which were to be held in the Melbourne city in Australia. ਤੇ ਅਖੀਰ 'ਚ ਮੈਨੂੰ ਮੈਲਬੌਰਨ ਸਿਟੀ ਵਿੱਚ ਹੋਣ ਵਾਲੇ ਓਲੰਪਿਕਸ ਦੇ ਲਈ ਵੀ ਚੁਣਿਆ ਗਿਆ। My performance in these games was not so good. ਪਰ ਮੇਰੀ ਇਹਨਾਂ ਖੇਡਾਂ ਦੇ ਵਿੱਚ ਪ੍ਰਦਰਸ਼ਨ ਜ਼ਿਆਦਾ ਵਧੀਆ ਨਹੀਂ ਸੀ। But I caught the opportunity to see many athletes of the world, got motivation from them and tried to learn from them. ਪਰ ਫਿਰ ਵੀ ਮੈਨੂੰ ਦੁਨੀਆ ਦੇ ਕਈ ਐਥਲੀਟਾਂ ਨੂੰ ਦੇਖਣ ਦਾ ਮੌਕਾ ਮਿਲਿਆ ਅਤੇ ਉਹਨਾਂ ਤੋਂ ਪ੍ਰੇਰਣਾ ਵੀ ਮਿਲੀ ਤੇ ਸਿੱਖਣ ਦੀ ਵੀ ਮੈਂ ਬਹੁਤ ਕੋਸ਼ਿਸ਼ ਕੀਤੀ। Period of 1956 to 1957 was a period of very hard work. 1956 ਤੋਂ ਲੈ ਕੇ 57 ਦਾ ਸਮਾਂ ਬਹੁਤ ਮਿਹਨਤ ਦਾ ਸਮਾਂ ਸੀ। During this period, I had forgotten myself. ਇਸ ਸਮੇਂ ਦੌਰਾਨ ਮੈਂ ਆਪਣੇ ਆਪ ਨੂੰ ਵੀ ਭੁੱਲ ਗਿਆ ਸੀ। In 1858, I won 400-meter race in Asian Games held in Tokyo, the capital city of Japan, and when it was announced that Milkha Singh has won this race with new record of 46.6 seconds, the stadium echoed with loud applause. ਤੇ ਉਹ ਦੱਸਦੇ ਨੇ 1958 ਦੇ ਵਿੱਚ 400 ਮੀਟਰ ਦੀ ਜਿਹੜੀ ਰੇਸ ਹੋਈ ਸੀ, ਦੌੜ ਹੋਈ ਸੀ ਏਸ਼ੀਅਨ ਗੇਮਾਂ ਦੀ, ਉਹ ਹੋਈ ਸੀ ਟੋਕੀਓ ਵਿੱਚ, ਜੋ ਕਿ ਜਾਪਾਨ ਦੀ ਰਾਜਧਾਨੀ ਹੈ। ਉਸ ਦੇ ਵਿੱਚ ਜਦ ਇਹ ਸੂਚਨਾ ਦਿੱਤੀ ਗਈ ਵੀ ਮਿਲਖਾ ਸਿੰਘ ਨੇ ਨਵਾਂ ਰਿਕਾਰਡ ਬਣਾਇਆ ਹੈ, ਭੱਜ ਕੇ 400 ਮੀਟਰ ਸਿਰਫ 46.6 ਸੈਕਿੰਡ ਦੇ ਵਿੱਚ, ਤਾਂ ਸਟੇਡੀਅਮ ਤਾਲੀਆਂ ਨਾਲ ਗੂੰਜ ਉੱਠਿਆ। The King of Japan honored me with a medal. ਤੇ ਜਿਹੜੇ ਜਾਪਾਨ ਦੇ ਰਾਜਾ ਸੀ ਉਹਨਾਂ ਨੇ ਮੈਨੂੰ ਮੈਡਲ ਦੇ ਨਾਲ ਸਨਮਾਨਿਤ ਕੀਤਾ। The Tiranga was raised with the tune of our national anthem, Jana Gana Mana. ਤੇ ਸਾਡਾ ਰਾਸ਼ਟਰੀ ਗੀਤ ਜਨ ਗਣ ਮਨ ਦੇ ਨਾਲ ਤਿਰੰਗਾ ਲਹਿਰਾਇਆ ਗਿਆ ਉੱਥੇ। I reminded the sacrifices of our freedom fighters. ਇੱਥੇ ਆਏਗਾ remembered, ਯਾਦ ਕੀਤਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਿਲਾਉਣ ਦੇ ਲਈ ਆਪਣੀ ਜਾਨ ਵਾਰ ਦਿੱਤੀ, ਉਹਨਾਂ ਸ਼ਹੀਦਾਂ ਨੂੰ ਮੈਂ ਯਾਦ ਕੀਤਾ। ਅੱਗੇ then I also won 200-meter race in these games. ਤੇ ਮੈਂ ਇਹਨਾਂ ਖੇਡਾਂ ਵਿੱਚ 200 ਮੀਟਰ ਦੀ ਦੌੜ ਵੀ ਜਿੱਤੀ। On my arrival back to India, Prime Minister Pandit Jawaharlal Nehru patted my shoulder and said, "My son, you have made the country proud. Keep up your hard work. You have yet to rise to the international level." ਤੇ ਉਸ ਤੋਂ ਬਾਅਦ ਸਨਮਾਨ ਹਾਸਿਲ ਕਰਨ ਤੋਂ ਬਾਅਦ ਭਾਰਤ ਵਾਪਸ ਆਉਣ ਤੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਮੇਰੇ ਮੋਢੇ ਤੇ ਹੱਥ ਮਾਰਦਿਆਂ ਕਿਹਾ, ਮੇਰੇ ਪੁੱਤਰ, ਤੁਸੀਂ ਦੇਸ਼ ਦਾ ਮਾਣ ਵਧਾਇਆ ਹੈ, ਆਪਣੀ ਮਿਹਨਤ ਜਾਰੀ ਰੱਖੋ, ਤੁਸੀਂ ਅਜੇ ਅੰਤਰਰਾਸ਼ਟਰੀ ਪੱਧਰ ਤੇ ਪਹੁੰਚਣਾ ਹੈ। After that, I won 400-meter race in Commonwealth Games also. ਉਸ ਤੋਂ ਬਾਅਦ 400 ਮੀਟਰ ਵੀ ਜਿੱਤੀ ਮੈਂ ਰੇਸ Commonwealth Games ਦੀ। During these games in England, when I felt depressed, my coach, Dr. Howard, counseled me
for the whole night and boosted my morale. ਤੇ ਜਦ ਮੈਂ ਕਾਮਨਵੈਲਥ ਦੀ ਖੇਡ ਜਿੱਤ ਲਈ, ਇਹਨਾਂ ਖੇਡਾਂ ਦੌਰਾਨ ਇੰਗਲੈਂਡ ਵਿੱਚ ਜਦੋਂ ਮੈਂ ਉਦਾਸ ਮਹਿਸੂਸ ਕੀਤਾ ਤਾਂ ਮੇਰੇ ਕੋਚ ਡਾਕਟਰ ਹਾਰਵਰਡ ਨੇ ਸਾਰੀ ਰਾਤ ਮੈਨੂੰ ਸਲਾਹ ਦਿੱਤੀ ਤੇ ਮੇਰਾ ਮਨੋਬਲ ਵੀ ਵਧਾਇਆ। His love and leadership got me success. ਉਹਨਾਂ ਦੇ ਪਿਆਰ ਅਤੇ ਅਗਵਾਈ ਨੇ ਮੈਨੂੰ ਸਫਲਤਾ ਪ੍ਰਾਪਤ ਕਰਵਾਈ। Here too I won. ਤੇ ਇੱਥੇ ਵੀ ਮੈਂ ਜਿੱਤ ਗਿਆ। In 1960, there was an invitation from Pakistan for the Indian team. 1960 ਦੇ ਵਿੱਚ 1960 ਵਿੱਚ ਭਾਰਤੀ ਟੀਮ ਲਈ ਪਾਕਿਸਤਾਨ ਤੋਂ ਸੱਦਾ ਆਇਆ। Here I won 200-meter race in 20.7 seconds. ਇੱਥੇ ਮੈਂ 200 ਮੀਟਰ ਦੀ ਰੇਸ ਜਿੱਤੀ, ਦੌੜ ਜਿੱਤੀ ਸਿਰਫ 20.7 ਸੈਕਿੰਡ ਦੇ ਵਿੱਚ। This was a world record. ਜੀ ਹਾਂ, ਇਹ ਇੱਕ ਵਿਸ਼ਵ ਰਿਕਾਰਡ ਸੀ। I was glad to touch this. ਤੇ ਮੈਂ ਇਹ ਹਾਸਲ ਕਰਕੇ ਬਹੁਤ ਖੁਸ਼ ਹੋਇਆ। After winning, when I was running around the stadium, it was announced, Milkha Singh, who is passing by you, has not run but flown. ਤੇ ਜਿੱਤ ਹਾਸਲ ਕਰਨ ਤੋਂ ਬਾਅਦ ਜਦ ਮੈਂ ਉੱਥੇ ਆਲੇ ਦੁਆਲੇ ਦੌੜ ਰਿਹਾ ਸੀ, ਇਹ ਐਲਾਨ ਕੀਤਾ ਗਿਆ ਵੀ ਮਿਲਖਾ ਸਿੰਘ ਜੋ ਤੁਹਾਡੇ ਕੋਲੋਂ ਲੰਘ ਰਿਹਾ ਹੈ ਉਹ ਦੌੜਿਆ ਨਹੀਂ ਸਗੋਂ ਉੱਡਿਆ ਹੈ। We honor him with the title Flying Sikh. ਤੇ ਅਸੀਂ ਉਹਨਾਂ ਨੂੰ Flying Sikh ਦੇ ਖਿਤਾਬ ਨਾਲ ਸਨਮਾਨਿਤ ਕਰਦੇ ਹਾਂ। After that, I became popular in the world as Flying Sikh. ਤੇ ਉਸ ਤੋਂ ਬਾਅਦ ਮੈਂ ਪੂਰੇ ਦੁਨੀਆ ਦੇ ਵਿੱਚ, ਵਿਸ਼ਵ ਦੇ ਵਿੱਚ ਪ੍ਰਸਿੱਧ ਹੋ ਗਿਆ। ਕਿਸ ਨਾਮ ਤੋਂ? Flying Sikh. Secret of my success. ਮੇਰੀ ਸਫਲਤਾ ਦਾ ਰਾਜ਼। I used to run for 7 days in a week and 365 days in a year. ਇੱਕ ਹਫਤੇ ਵਿੱਚ 7 ਦਿਨ ਅਤੇ ਸਾਲ ਵਿੱਚ 365 ਦਿਨ ਮੈਂ ਦੌੜਦਾ ਸੀ। During this period of struggle, I neither took my training lightly, nor did I let laziness overpower me. ਸੰਘਰਸ਼ ਦੇ ਇਸ ਦੌਰਾਨ ਮੈਂ ਨਾ ਤਾਂ ਆਪਣੀ ਜਿਹੜੀ ਟ੍ਰੇਨਿੰਗ ਹੈਗੀ ਹੈ ਸਿਖਲਾਈ ਨੂੰ ਹਲਕੇ ਵਿੱਚ ਲਿਆ ਤੇ ਨਾ ਹੀ ਆਲਸ ਆਪਣੇ ਨੇੜੇ ਆਣ ਦਿੱਤਾ। Dear children, continuous and tireless hard work is the secret of success, not only in the games but in all walks of life. ਹਾਂਜੀ ਬੱਚਿਓ, ਪਿਆਰੇ ਬੱਚਿਓ, ਲਗਾਤਾਰ ਮਿਹਨਤ ਕਰਦੇ ਰਹਿਣਾ ਤੇ ਬਿਲਕੁਲ ਜੀ ਜਾਣ ਦੇ ਨਾਲ ਮਿਹਨਤ ਕਰਨਾ ਹੀ ਸਫਲਤਾ ਦਾ ਰਾਜ਼ ਹੈ, ਨਾ ਕੇਵਲ ਖੇਡਾਂ ਦੇ ਵਿੱਚ ਸਗੋਂ ਜੀਵਨ ਦੇ ਹਰ ਖੇਤਰ ਦੇ ਵਿੱਚ। A sport mascot is decided for the games played at the higher levels. ਉੱਚ ਪੱਧਰ ਤੇ ਖੇਡੀਆਂ ਜਾਣ ਵਾਲੀਆਂ ਖੇਡਾਂ ਲਈ ਖੇਡ ਮੈਸਕਟ ਦਾ ਫੈਸਲਾ ਕੀਤਾ ਜਾਂਦਾ ਹੈ, ਐਲਾਨ ਕੀਤਾ ਜਾਂਦਾ ਹੈ। ਕੋਈ ਵੀ ਫੋਟੋ ਹੋ ਗਈ, ਕੋਈ ਵੀ ਤਸਵੀਰ ਹੋ ਗਈ, ਜਿਵੇਂ ਕਿ ਫॉर एग्जांपल sport mascot Apu in the Asian Games of 1982 1982 ਦੀਆਂ ਏਸ਼ੀਅਨ ਖੇਡਾਂ ਵਿੱਚ ਇਹ ਮੈਸਕਟ ਸੀ। sport mascot Shera in the Commonwealth Games of 2010 ਤੇ 2010 ਦੇ ਵਿੱਚ ਜਿਹੜੀ ਕਾਮਨਵੈਲਥ ਦੀਆਂ ਖੇਡਾਂ ਹੋਈਆਂ ਸੀ ਉਸ ਵੇਲੇ ਮੈਸਕਟ ਇਹ ਸੀ, ਚਿੰਨ੍ਹ ਆਪਾਂ ਕਹਿ ਸਕਦੇ ਆ, ਤੇ 올림픽ਸ ਦੇ ਲਈ ਇਹ ਮੈਸਕਟ ਹੁੰਦਾ ਹੈ। ਠੀਕ ਹੈ ਬੱਚਿਓ, things to remember, याद रखण योग गल्ला। Games teach us cooperation, association and coordination. ਖੇਡਾਂ ਸਾਨੂੰ ਸਹਿਯੋਗ, ਸਾਂਝ ਅਤੇ ਤਾਲਮੇਲ ਸਿਖਾਉਂਦੀਆਂ ਨੇ। Paralympic Games are organized for differently abled people. Paralympic ਖੇਡਾਂ ਵੱਖ-ਵੱਖ ਤੌਰ ਤੇ ਉਹਨਾਂ ਲੋਕਾਂ ਲਈ ਆਯੋਜਿਤ ਕੀਤੀਆਂ ਜਾਂਦੀਆਂ ਨੇ ਜੇ ਕਿਸੇ ਹੋਰ ਪੱਖੋਂ ਤੇਜ਼ ਹੁੰਦੇ ਨੇ। Olympic Games are organized after 4 years. Olympic ਖੇਡਾਂ 4 ਸਾਲ ਬਾਅਦ ਕਰਵਾਈਆਂ ਜਾਂਦੀਆਂ ਨੇ। Hockey is the national game of India. Hockey ਭਾਰਤ ਦੀ ਰਾਸ਼ਟਰੀ ਖੇਡ ਹੈ। 8th question, fill in the blanks. ਖਾਲੀ ਥਾਵਾਂ ਭਰੋ। ਪਹਿਲਾ, Milkha Singh was honored with the title of Dash Sikh. Milkha Singh ਨੂੰ Flying Sikh ਦਾ ਖਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ ਸੀ।
ਦੂਜਾ ਕੰਟੀਨਿਊਸ ਐਂਡ ਟਾਇਰਲੈਸ ਡੈਸ਼ ਇਜ਼ ਦ ਸੀਕ੍ਰੇਟ ਆਫ ਸਕਸੈਸ ਹਾਰਡ ਵਰਕ। ਲਗਾਤਾਰ ਮਿਹਨਤ ਕਰਨਾ ਹੀ ਸਫਲਤਾ ਦਾ ਰਾਜ਼ ਹੈਗਾ। ਅਗਲਾ ਕੁਐਸਚਨ ਹੈ ਮੈਚ ਦ ਕਾਲਮਸ। ਪੀਟੀ ਊਸ਼ਾ ਇੱਥੇ ਆ ਜਾਏਗਾ, ਕੁਈਨ ਆਫ ਟਰੈਕ ਐਂਡ ਫੀਲਡ। ਕਰਨਮ ਮਲਹੇਸ਼ਵਰੀ ਵੇਟ ਲਿਫਟਰ। ਸਚਿਨ ਤੇਂਦੁਲਕਰ ਉਹਨਾਂ ਨੂੰ ਕਿਹਾ ਜਾਂਦਾ ਹੈ ਮਾਸਟਰ ਬਲਾਸਟਰ। ਮੇਜਰ ਧਿਆਨ ਸਿੰਘ ਮੈਜੀਸ਼ੀਅਨ ਆਫ ਹਾਕੀ ਦੇ ਖਿਡਾਰੀ ਸੀ। 10th question, what is the secret of success in all walks of life? जीवन दे हर खेतर विच सफलता दा राज की है? The secret of success in all walks of life is to be consistent, honest, work tirelessly, stay humble and learn from everyone. And don't ever give up even when you fail. Never give up. Stay focused, stay positive, stay strong, because winners are not people who never fail. There are people who never quit. ਤੇ ਇੱਥੇ ਦੱਸਿਆ ਗਿਆ ਹੈ ਵੀ ਹਰ ਖੇਤਰ ਦੇ ਵਿੱਚ ਸਫਲਤਾ ਪਾਉਣ ਦਾ ਰਾਜ਼ ਹੈਗਾ ਹੈ ਹਮੇਸ਼ਾ ਮਿਹਨਤ ਕਰਦੇ ਰਹਿਣਾ, ਲਗਾਤਾਰ ਮਿਹਨਤ ਕਰਨਾ, ਇਮਾਨਦਾਰੀ ਦੇ ਨਾਲ ਕਰਨਾ ਤੇ ਨਾਲ ਦੀ ਨਾਲ ਨੀਵੇਂ ਵੀ ਰਹਿਣਾ ਤੇ ਹਰ ਕਿਸੇ ਤੋਂ ਕੋਈ ਨਾ ਕੋਈ ਚੀਜ਼ ਸਿੱਖਣਾ ਤੇ ਆਪਣੇ ਤੇ ਕਦੇ ਜ਼ਿਆਦਾ ਮਾਣ ਵੀ ਨਾ ਕਰਨਾ। ਜੇ ਹਾਰ ਜਾਓ ਤੇ ਕਦੇ ਵੀ ਨਾ ਨਹੀਂ ਮੰਨਣੀ, ਹਾਰ ਨਹੀਂ ਮੰਨਣੀ, ਕਿਉਂਕਿ ਜੇ ਤੁਸੀਂ ਫੋਕਸ ਰਹੋਗੇ, ਧਿਆਨ ਰੱਖੋਗੇ ਤੇ ਮਜ਼ਬੂਤ ਵੀ ਰਹੋਗੇ ਤਾਂ ਜ਼ਰੂਰ ਜਿੱਤੋਗੇ। ਤੇ ਇੰਜ ਤਾਂ ਹੁੰਦਾ ਨਹੀਂ ਵੀ ਜੋ ਲੋਕ ਜਿੱਤਦੇ ਨੇ ਉਹ ਕਦੇ ਹਾਰਦੇ ਨਹੀਂ, ਉਹ ਹਾਰ ਕੇ ਜਿੱਤਦੇ ਨੇ, ਸਿੱਖਦੇ ਨੇ ਨਵੀਂ ਨਵੀਂ ਚੀਜ਼ਾਂ। ਅਸਫਲਤਾ ਹੀ ਸਫਲਤਾ ਦੀ ਪੀੜੀ ਹੈਗੀ ਹੈ ਤੇ ਬਹੁਤ ਜ਼ਿਆਦਾ ਅਜਿਹੇ ਲੋਕ ਹੈਗੇ ਨੇ ਜੋ ਕਦੇ ਵੀ ਛੱਡਦੇ ਨਹੀਂ। ਜੇ ਇੱਕ ਵਾਰ 100 ਖਾ ਲੈਣ ਵੀ ਹੁਣ ਆਪਾਂ ਹੁਣੇ ਕਰਕੇ ਹੀ ਕੰਮ ਆਣਾ ਹੈ। ਠੀਕ ਹੈ ਬੱਚਿਓ, ਇਹ ਸੀ ਅੱਜ ਦੀ ਕਲਾਸ ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਬਹੁਤ ਕੁਝ ਵਧੀਆ ਸਿੱਖਿਆ ਹੋਵੇਗਾ। Now we'll meet in the next class. Till then, take care. Bye bye.